सत श्री अकाल दोस्तों। अज मैं ਤੁਹਾਨੂੰ पंजाब स्कूल सिक्ख्या बोर्ड की पुस्तक वैलकम लाइफ स्वागत जिंदगी क्लास +2 का पाठ नंबर 7 समझाउण जा रहा हाँ। पाठ 7 का नाम है लिंगिक संवेदनशीलता नाल संबंधित कदरां कीमतां वैल्यूज़ एसोसीएटेड विद जेंडर सेंसिटिविटी। सब तो पहला मैं ਤੁਹਾਨੂੰ पाठ के नाम के अर्थ दस दिंदा हाँ। लिंगिक संवेदनशीलता नाल संबंधित कदरां कीमतां भाव मुंडे कुड़ी वर्गे लिंगिक भेदभाव की भावना तो उपर उठ के इंसानियत वाले पासे झुकना ਅਤੇ नैतिकता का प्रयोग करना। भाव अपने समाज में फैले हुए मेल ते फीमेल के फर्क ਨੂੰ भुल के एक चंगे इंसान बनने की कोशिश करनी। तो मैनूं उम्मीद है दोस्तों तुसीं पाठ के नाम के अर्थां ਨੂੰ समझ लिया होगा। हुण मैं तुहानूं इस पाठ का सारांश समझावांगा, फिर मैं तुहानूं इसकी एक्टिविटी समझावांगा। तो दोस्तों मेरे चैनल पाल स्टडी पॉइंट ਨੂੰ लाइक शेयर ते सबसक्राइब जरूर करो जी। इस पाठ का एक भाग है भाग ऊड़ा मानवी ਅਤੇ हमदर्दी की भावना वाली जिम्मेवार जीवन शैली रिस्पॉन्सिबल लाइफ स्टाइल विद आ सेंस ऑफ ह्यूमैनिटी एंड एम्पथी। भाव कि इंसानियत ਅਤੇ ਦੂਜਿਆਂ ਦੇ ਦਰਦ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਵਾਲਾ ਜੀਵਨ ਢੰਗ ਜਾਤ ਧਰਮ ਲਿੰਗ ਆਦि ਦੇ ਭੇਦਭਾਵ ਨੂੰ ਤਿਆਗ ਕੇ ਇਨਸਾਨ ਨੂੰ ਇਨਸਾਨ ਸਮਝਣਾ ਹੀ ਮਾਨਵਤਾ ਹੈ। ਸਾਨੂੰ ਆਮ ਜ਼ਿੰਦਗੀ ਵਿੱਚ ਵਿਚਰਦੇ ਹੋਏ ਸਭ ਤੋਂ ਜ਼ਰੂਰਤਮੰਦ ਵਿਅਕਤੀ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਅੱਜ ਅਸੀਂ ਕਿਸੇ ਨਾਲ ਚੰਗਾ ਕਰਾਂਗੇ ਤਾਂ ਹੀ ਸਾਡੇ ਨਾਲ ਵੀ ਕੋਈ ਚੰਗੀ ਘਟਨਾ ਵਾਪਰੇਗੀ। ਭਾਵ ਕਿ ਸਾਨੂੰ ਹਰੇਕ ਪ੍ਰਕਾਰ ਦੇ ਭੇਦਭਾਵ ਨੂੰ ਭੁਲਾ ਕੇ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਪਾਠ ਵਿੱਚ 3 ਕਿਰਿਆਵਾਂ ਦੱਸੀਆਂ ਗਈਆਂ ਹਨ। ਪਹਿਲੀ ਕਿਰਿਆ ਵਿੱਚ ਮੁੰਡਾ ਕੁੜੀ ਵਰਗੇ ਲਿੰਗਕ ਭੇਦਭਾਵ ਤੋਂ ਉੱਪਰ ਉੱਠ ਕੇ ਚੰਗਾ ਇਨਸਾਨ ਬਣਨ ਦੀ ਸਿੱਖਿਆ ਦਿੱਤੀ ਗਈ ਹੈ। ਦੂਜੀ ਕਿਰਿਆ ਵਿੱਚ ਬੱਸ ਵਿੱਚ ਖੜੀਆਂ ਸਵਾਰੀਆਂ ਨੂੰ ਆਪਣੀ ਸੀਟ ਦੇਣ ਦੀ ਸਿੱਖਿਆ ਦਿੱਤੀ ਗਈ ਹੈ। ਭਾਵ ਕਿ ਜੇਕਰ ਅਸੀਂ ਸੀਟ ਉੱਤੇ ਬੈਠੇ ਹਾਂ ਅਤੇ ਕੁਝ ਜ਼ਰੂਰਤਮੰਦ ਲੋਕ ਖੜ੍ਹੇ ਹਨ ਤਾਂ ਸਾਨੂੰ ਆਪਣੀ ਸੀਟ ਉਹਨਾਂ ਨੂੰ ਦੇ ਦੇਣੀ ਚਾਹੀਦੀ ਹੈ। ਇਹ ਇੱਕ ਚੰਗੀ ਇਨਸਾਨੀਅਤ ਵਾਲੀ ਗੱਲ ਹੋਵੇਗੀ। ਤੀਜੀ ਕਿਰਿਆ ਵਿੱਚ ਆਪਣੇ ਸਾਈਕਲ 'ਤੇ ਜ਼ਰੂਰਤਮੰਦ ਵਿਅਕਤੀ ਨੂੰ ਬਿਠਾ ਕੇ ਮਦਦ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਭਾਵ ਕਿ ਜੇਕਰ ਅਸੀਂ ਆਪਣੇ ਸਾਈਕਲ ਜਾਂ ਮੋਟਰਸਾਈਕਲ ਜਾਂ ਆਪਣੇ ਕਿਸੇ ਸਾਧਨ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਹਾਂ ਅਤੇ ਰਸਤੇ ਵਿੱਚ ਕੁਝ ਜ਼ਰੂਰਤਮੰਦ ਲੋਕ ਖੜ੍ਹੇ ਹਨ ਤਾਂ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤਮੰਦ ਵਿਅਕਤੀ ਦੀ ਭਾਲ ਕਰਕੇ ਉਸ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਤਾਂ ਦੋਸਤੋ ਮੈਨੂੰ ਉਮੀਦ ਹੈ ਤੁਸੀਂ ਇਸ ਪਾਠ ਦੇ ਨਾਮ ਦੇ ਅਰਥ ਅਤੇ ਇਸ ਦੇ ਸਾਰ ਅੰਸ਼ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਹੁਣ ਮੈਂ ਤੁਹਾਨੂੰ ਇਸ ਦੀਆਂ ਕਿਰਿਆਵਾਂ ਸਮਝਾਵਾਂਗਾ। ਪਹਿਲੀ ਕਿਰਿਆ ਇਹ ਪੀਰੀਅਡ ਹਰ ਰੋਜ਼ ਲਗਾਏ ਜਾਣ ਵਾਲੇ ਪੀਰੀਅਡ ਨਾਲੋਂ ਕੁਝ ਭਿੰਨ ਹੋਵੇਗਾ। ਇਸ ਵਿੱਚ ਵਿਦਿਆਰਥੀਆਂ 'ਤੇ ਨਿਰਭਰ ਕੁਝ ਸਥਿਤੀ ਮੂਲਕ ਕਾਰਜ ਕਰਵਾਏ ਜਾਣਗੇ ਜੋ ਅਧਿਆਪਕ ਦੁਆਰਾ ਪਹਿਲਾਂ ਹੇਠ ਲਿਖੇ ਅਨੁਸਾਰ ਪੁੱਛੇ ਗਏ ਪ੍ਰਸ਼ਨਾਂ ਨਾਲ ਸੰਬੰਧਿਤ ਹੋਣਗੇ। ਪ੍ਰਸ਼ਨ ਨੰਬਰ 1 ਤੁਸੀਂ ਹੇਠ ਲਿਖਿਆਂ ਵਿੱਚੋਂ ਕਿਸ ਵਰਗ ਨਾਲ ਸੰਬੰਧਿਤ ਹੋ? ਕੋਈ ਇੱਕ ਚੁਣੋ। ਭਾਵ ਕਿ ਮੁੰਡਾ ਕੁੜੀ ਜਾਂ ਇਨਸਾਨ। ਤਾਂ ਦੋਸਤੋ ਇੱਥੇ ਤੁਸੀਂ ਆਪਣੀ ਸਮਝ ਨਾਲ ਭਰਨਾ ਹੈ, ਪਰੰਤੂ ਨੈਤਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਦਾ ਜਵਾਬ ਮੈਂ ਇਨਸਾਨ ਵਰਗ ਨਾਲ ਸੰਬੰਧਿਤ ਹਾਂ, ਕਿਉਂਕਿ ਇਨਸਾਨ ਦੇ ਵਿੱਚ ਮੁੰਡਾ ਅਤੇ ਕੁੜੀ ਦੋਵੇਂ ਹੀ ਸ਼ਾਮਲ ਹੋ ਜਾਂਦੇ ਹਨ ਅਤੇ ਅਸੀਂ ਇਨਸਾਨ ਬਣਨਾ ਹੈ, ਨਾ ਕਿ ਆਪਣੇ ਆਪ ਨੂੰ ਮੁੰਡਾ ਜਾਂ ਕੁੜੀ ਵਰਗ ਵਿੱਚ ਵੰਡਣਾ ਹੈ। ਪ੍ਰਸ਼ਨ ਨੰਬਰ 2 ਮੈਨੂੰ ਮਾਣ ਹੈ ਕਿ ਮੈਂ ਡੈਸ਼ ਹਾਂ। ਆਪਸ਼ਨ ਹੈ ਜੀ ਮੁੰਡਾ ਕੁੜੀ ਇਨਸਾਨ, ਤਿੰਨਾਂ ਵਿੱਚੋਂ ਕੋਈ ਇੱਕ ਭਰੋ। ਤਾਂ ਮੈਨੂੰ ਇੱਥੇ ਇਨਸਾਨ ਸਭ ਤੋਂ ਵਧੀਆ ਲੱਗਦਾ ਹੈ। ਪ੍ਰਸ਼ਨ ਨੰਬਰ 3 ਮੈਨੂੰ ਆਪਣੇ ਆਪ ਉੱਤੇ ਮਾਣ ਹੈ ਕਿਉਂਕਿ। ਪ੍ਰਸ਼ਨ ਨੰਬਰ 2 ਦੇ ਹਵਾਲੇ ਨਾਲ ਉੱਤਰ ਦਿਓ। ਉੱਤਰ ਕਿਉਂਕਿ ਮੈਂ ਲਿੰਗਕ ਫਰਕ ਤੋਂ ਉੱਪਰ ਉੱਠ ਕੇ ਇੱਕ ਇਨਸਾਨ ਹਾਂ। ਭਾਵ ਕਿ ਮੈਂ ਕਿਸੇ ਪ੍ਰਕਾਰ ਦੇ ਭੇਦਭਾਵ ਵਿੱਚ ਨਹੀਂ ਪੈਂਦਾ ਅਤੇ ਮੈਂ ਆਪਣੇ ਆਪ ਨੂੰ ਇਨਸਾਨ ਸਮਝਦਾ ਹਾਂ। ਪ੍ਰਸ਼ਨ ਨੰਬਰ 4 ਜੇ ਮੈਨੂੰ ਹੇਠ ਲਿਖਿਆਂ ਵਿੱਚੋਂ ਇੱਕ ਚੁਣਨਾ ਪਿਆ ਤਾਂ ਮੈਂ ਕੀ ਬਣਨਾ ਪਸੰਦ ਕਰਾਂਗਾ? ਕੋਈ ਇੱਕ ਚੁਣੋ। ਆਪਸ਼ਨ ਹੈ ਜੀ ਮੁੰਡਾ ਕੁੜੀ ਜਾਂ ਬਜ਼ੁਰਗ। ਤਾਂ ਦੋਸਤੋ ਇੱਥੇ ਤੁਸੀਂ ਬਿਲਕੁਲ ਆਪਣੀ ਸੋਚ ਨਾਲ ਭਰਨਾ ਹੈ, ਜੋ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਕੋਈ ਵੀ ਆਪਸ਼ਨ ਭਰ ਸਕਦੇ ਹੋ। ਮੇਰੇ ਮੁਤਾਬਕ ਇੱਥੇ ਬਜ਼ੁਰਗ ਭਰਨਾ ਜ਼ਿਆਦਾ ਠੀਕ ਰਹੇਗਾ, ਕਿਉਂਕਿ ਹਰੇਕ ਇਨਸਾਨ ਨੇ ਭਾਵੇਂ ਉਹ ਮੁੰਡਾ ਹੈ ਜਾਂ ਕੁੜੀ ਹੈ ਉਸਨੇ ਬਜ਼ੁਰਗ ਜ਼ਰੂਰ ਬਣਨਾ ਹੈ। ਮੁੰਡੇ ਤੋਂ ਕੁੜੀ ਵਿੱਚ ਨਹੀਂ ਬਦਲਿਆ ਜਾ ਸਕਦਾ ਅਤੇ ਮੁੰਡੇ ਤੋਂ ਕੁੜੀ ਵਿੱਚ ਨਹੀਂ ਬਦਲਿਆ ਜਾ ਸਕਦਾ, ਪਰ ਬਜ਼ੁਰਗ ਦੇ ਵਿੱਚ ਦੋਵੇਂ ਹੀ ਕੈਟਾਗਰੀਆਂ ਆ ਜਾਂਦੀਆਂ ਹਨ। ਆਪਸੀ ਅੰਤਰ ਕਿਰਿਆਵਾਂ ਦੌਰਾਨ ਜਮਾਤ ਦੇ ਵਿਦਿਆਰਥੀ ਵੱਲੋਂ ਆਪਣੇ ਅਧਿਆਪਕ ਨੂੰ ਦਿੱਤੇ ਗਏ ਉੱਤਰਾਂ ਵਿੱਚ ਸੁਭਾਵਿਕ ਹੈ ਕਿ ਉੱਤਰ ਉਹਨਾਂ ਦੀ ਨਿੱਜੀ ਰਾਏ ਅਨੁਸਾਰ ਭਿੰਨ-ਭਿੰਨ ਹੋਣਗੇ। ਭਾਵ ਕਿ ਉਹਨਾਂ ਦੇ ਹਰੇਕ ਦੇ ਉੱਤਰ ਅਲੱਗ-ਅਲੱਗ ਹੋ ਸਕਦੇ ਹਨ। ਜ਼ਰੂਰੀ ਨਹੀਂ ਕਿ 2 ਮਿੱਤਰਾਂ ਦੇ ਜਾਂ 2 ਵਿਦਿਆਰਥੀਆਂ ਦੇ ਜਵਾਬ ਆਪਸ ਵਿੱਚ ਮਿਲਦੇ ਹੋਣ। ਆਪਣੀ ਆਰੰਭਕ ਅੰਤਰ ਕਿਰਿਆ ਵਿੱਚ ਅਧਿਆਪਕ ਲਿੰਗਕ ਭੇਦ ਤੋਂ ਉੱਪਰ ਉੱਠ ਕੇ ਇਨਸਾਨੀਅਤ ਵਾਲੇ ਪਾਸੇ ਵਧਣ ਲਈ ਪ੍ਰੇਰਿਤ ਕਰੇਗਾ। ਇਸ ਉਪਰੰਤ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ 2 ਸਮੂਹਾਂ ਵਿੱਚ ਵੰਡ ਕੇ ਇੱਕ ਸਥਿਤੀ ਉਤਪੰਨ ਕੀਤੀ ਜਾਵੇਗੀ। ਇਸ ਵਿਦਿਆਰਥੀ ਪੈਦਾ ਕੀਤੀ ਗਈ ਸਥਿਤੀ ਨੂੰ ਸੱਚ ਵਾਂਗ ਮੰਨਦੇ ਹੋਏ ਮੰਨ ਲਓ ਕਿ ਡੈਸ਼ ਨਾਲ ਆਪਣੀ ਅੰਤਰ ਕਿਰਿਆ ਦੇਣਗੇ। ਭਾਵ ਕਿ ਇੱਥੇ ਤੁਸੀਂ ਕੁਝ ਵੀ ਵਧੀਆ ਜੋ ਤੁਹਾਨੂੰ ਸ਼ਬਦ ਲੱਗੇ
ਭਰ ਸਕਦੇ ਹੋ। ਮੰਨ ਲਓ ਕਿ ਮੈਂ ਇੱਕ ਇਨਸਾਨ ਹਾਂ ਵੀ ਲਿਖ ਸਕਦੇ ਹੋ, ਮੰਨ ਲਓ ਮੈਂ ਇੱਕ ਬਜ਼ੁਰਗ ਹਾਂ ਵੀ ਲਿਖ ਸਕਦੇ ਹੋ, ਬਾਕੀ ਤੁਹਾਡੀ ਆਪਣੀ ਸਮਝ ਹੈ ਜੀ। ਦੂਸਰੀ ਕਿਰਿਆ, ਮੰਨ ਲਓ ਕਿ ਤੁਸੀਂ ਸਾਰੇ ਇੱਕ ਬੱਸ ਵਿੱਚ ਬਟਾਲਾ ਤੋਂ ਚੰਡੀਗੜ੍ਹ ਜਾ ਰਹੇ ਹੋ। ਤੁਸੀਂ ਸਾਰਿਆਂ ਨੇ ਆਪਣੀ ਆਪਣੀ ਸੀਟ ਰਾਖਵੀ ਕਰਵਾ ਕੇ 500 ਰੁਪਏ ਦੇ ਹਿਸਾਬ ਦੇ ਨਾਲ ਏਸੀ ਬੱਸ ਦੇ ਟਿਕਟ ਵੀ ਖਰੀਦ ਲਈ ਹੈ। ਇਸ ਬੱਸ ਨੇ ਦਿਨ ਵਿੱਚ ਇੱਕ ਵਾਰੀ ਹੀ ਚੱਲਣਾ ਹੈ। ਇਸ ਬੱਸ ਵਿੱਚ ਸਾਰੀਆਂ ਸੀਟਾਂ ਪਹਿਲਾਂ ਹੀ ਰਾਖਵੀਆਂ ਹੋਣ ਕਾਰਨ ਕਈ ਸਵਾਰੀਆਂ ਖਲੋਤੀਆਂ ਦੇਖਦੇ ਹੋ ਜਿਨ੍ਹਾਂ ਨੇ ਵੀ ਚੰਡੀਗੜ੍ਹ ਹੀ ਜਾਣਾ ਹੈ। ਫਿਰ ਅੱਗੇ ਇਸ ਵਿੱਚ ਖੜੀਆਂ ਸਵਾਰੀਆਂ ਦਾ ਕੁਝ ਵੇਰਵਾ ਦਿੱਤਾ ਗਿਆ ਹੈ, ਇਹ ਤੁਸੀਂ ਪੜ੍ਹ ਲੈਣਾ ਹੈ। ਦੋਨੋਂ ਸਮੂਹ ਇੱਕ ਚੰਗੇ ਇਨਸਾਨ ਮਨੁੱਖ ਹੋਣ ਦੀ ਸੂਰਤ ਵਿੱਚ ਲਿੰਗਕ ਭਿੰਨ ਭੇਦਭਾਵ ਤੋਂ ਉੱਪਰ ਉੱਠ ਕੇ ਮਾਨਵਤਾ ਤੇ ਹਮਦਰਦੀ ਭਰੀ ਭਾਵਨਾ ਨਾਲ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕਾਰਜ ਕਰਨਗੇ ਅਤੇ ਆਪਣੇ ਸਮੂਹ ਵਿੱਚ ਦਲੀਲ ਸਹਿਤ ਸੰਵਾਦੀ ਕਿਰਿਆ ਕਰਨ ਉਪਰੰਤ ਉੱਤਰ ਦੇਣਗੇ। ਨੰਬਰ 1, ਕਿਸੇ ਲਈ ਵੀ ਸੀਟ ਨਹੀਂ ਛੱਡੀ ਜਾਵੇਗੀ। ਨੰਬਰ 2, ਬੈਠਣ ਲਈ ਸੀਟ ਮੁਟਿਆਰ ਨੂੰ ਦਿੱਤੀ ਜਾਵੇਗੀ। ਬੈਠਣ ਲਈ ਨੌਜਵਾਨ ਨੂੰ ਸੀਟ ਦਿੱਤੀ ਜਾਵੇਗੀ। ਬੈਠਣ ਲਈ ਸੀਟ ਅਧਖੜ ਉਮਰ ਦੇ ਆਦਮੀ ਨੂੰ ਦਿੱਤੀ ਜਾਵੇਗੀ। ਨੰਬਰ 5, ਬੈਠਣ ਲਈ ਸੀਟ ਬੱਚਾ ਚੁੱਕੀ ਖੜੀ ਨਵ ਵਿਆਹੀ ਇਸਤਰੀ ਨੂੰ ਦਿੱਤੀ ਜਾਵੇਗੀ। ਨੰਬਰ 6, ਬੈਠਣ ਲਈ ਸੀਟ ਅਧਖੜ ਉਮਰ ਦੀ ਇਸਤਰੀ ਨੂੰ ਦਿੱਤੀ ਜਾਵੇਗੀ। ਤਾਂ ਦੋਸਤੋ ਇੱਥੇ ਤੁਸੀਂ ਆਪਣੀ ਸਮਝ ਨਾਲ ਉੱਤਰ ਭਰਨਾ ਹੈ। ਤੁਸੀਂ ਇਹ ਦੇਖਣਾ ਕਿ ਸਭ ਤੋਂ ਜ਼ਿਆਦਾ ਜ਼ਰੂਰਤਮੰਦ ਕੌਣ ਹੈ। ਤਾਂ ਮੇਰੇ ਮੁਤਾਬਕ ਨੰਬਰ 5, ਬੈਠਣ ਲਈ ਸੀਟ ਬੱਚਾ ਚੁੱਕੀ ਖੜੀ ਨਵ ਵਿਆਹੀ ਇਸਤਰੀ ਨੂੰ ਦਿੱਤੀ ਜਾਵੇਗੀ। ਉਪਰੋਕਤ ਅਨੁਸਾਰ ਦਿੱਤੇ ਉੱਤਰ ਦੀ ਪ੍ਰੋੜਤਾ ਲਈ 50 ਕੁ ਸ਼ਬਦਾਂ ਵਿੱਚ ਦਲੀਲ ਦਿਓ। ਭਾਵ ਕਿ ਤੁਸੀਂ ਇਹ ਦੱਸਣਾ ਕਿ ਜੇਕਰ ਤੁਸੀਂ ਕੋਈ ਆਪਸ਼ਨ ਚੁਣਦੇ ਹੋ ਤਾਂ ਉਹ ਆਪਸ਼ਨ ਕਿਉਂ ਚੁਣੀ। ਜਿਵੇਂ ਕਿ ਮੈਂ ਨੰਬਰ 5 ਨੂੰ ਚੁਣਿਆ ਹੈ ਤਾਂ ਇਸ ਦੀ ਦਲੀਲ ਬਣਦੀ ਹੈ ਕਿ ਕਿਉਂਕਿ ਇੱਕ ਛੋਟੇ ਬੱਚੇ ਨੂੰ ਗੋਦ ਵਿੱਚ ਚੁੱਕ ਕੇ ਖੜੇ ਰਹਿਣਾ ਸਭ ਤੋਂ ਮੁਸ਼ਕਲ ਕਾਰਜ ਹੈ। 50 ਸ਼ਬਦਾਂ ਵਿੱਚ ਲਿਖਣਾ ਤਾਂ ਤੁਸੀਂ ਥੋੜ੍ਹੀ ਜਿਹੀ ਲਾਈਨਾਂ ਵਧਾ ਕੇ ਲਿਖ ਸਕਦੇ ਹੋ ਕਿ ਕਿਸੇ ਲਈ ਵੀ ਕਿਸੇ ਭਾਰੀ ਚੀਜ਼ ਨੂੰ ਚੁੱਕ ਕੇ ਖੜੇ ਰਹਿਣਾ ਬੜਾ ਮੁਸ਼ਕਲ ਹੁੰਦਾ ਹੈ। ਇਸੇ ਤਰ੍ਹਾਂ ਇੱਕ ਇਸਤਰੀ ਦੇ ਲਈ ਇੱਕ ਬੱਚੇ ਨੂੰ ਲਗਾਤਾਰ 2-3 ਘੰਟੇ ਦੇ ਸਫ਼ਰ ਲਈ ਜਾਂ 40-50 ਕਿਲੋਮੀਟਰ ਦੂਰ ਜਾਣਾ ਬੱਚੇ ਨੂੰ ਗੋਦ ਵਿੱਚ ਲੈ ਕੇ ਬੜਾ ਮੁਸ਼ਕਲ ਹੈ ਜੀ। ਇਸ ਲਈ ਮੈਂ ਸੀਟ ਜਿਹੜੀ ਹੈ ਉਸ ਔਰਤ ਲਈ ਛੱਡਾਂਗਾ। ਸਥਿਤੀ 2 ਵਿੱਚ ਤੁਸੀਂ ਆਪਣਾ ਸਾਈਕਲ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਰਹੇ ਹੋ। ਰਸਤੇ ਵਿੱਚ ਤੁਹਾਨੂੰ ਕੁਝ ਲੋਕ ਖੜੇ ਨਜ਼ਰ ਆਉਂਦੇ ਹਨ। ਤੁਸੀਂ ਉਹਨਾਂ ਵਿੱਚ ਕਿਸ ਦੀ ਮਦਦ ਕਰੋਗੇ। ਅੱਗੇ ਉਹਨਾਂ ਤੋਂ ਕੁਝ ਵੇਰਵਾ ਦਿੱਤਾ ਗਿਆ ਹੈ। ਅੱਗੇ 5 ਲੋਕਾਂ ਦਾ ਜ਼ਿਕਰ ਆਇਆ, ਤੁਸੀਂ ਇਹ ਪੜ੍ਹ ਲੈਣਾ ਹੈ ਜੀ। ਦੋਨੋਂ ਸਮੂਹ ਇੱਕ ਚੰਗੇ ਇਨਸਾਨ ਹੋਣ ਦੀ ਸੂਰਤ ਵਿੱਚ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕਾਰਜ ਕਰਨਗੇ ਅਤੇ ਆਪਣੇ ਸਮੂਹ ਵਿੱਚ ਵਾਦ ਵਿਵਾਦ ਜਾਂ ਸੰਵਾਦ ਰਚਾਉਣ ਉਪਰੰਤ ਉੱਤਰ ਲਿਖਣਗੇ। ਭਾਵ ਕਿ ਤੁਸੀਂ ਇਹਨਾਂ ਵਿੱਚ ਕਿਸ ਦੀ ਮਦਦ ਕਰਨਾ ਜ਼ਿਆਦਾ ਬੈਟਰ ਸਮਝੋਗੇ। ਫਿਰ ਅੱਗੇ 6 ਆਪਸ਼ਨਾਂ ਦਿੱਤੀਆਂ ਹੋਈਆਂ ਹਨ, ਤੁਸੀਂ ਪੜ੍ਹ ਲੈਣੀਆਂ ਹਨ ਅਤੇ ਆਪਣੀ ਸਮਝ ਦੇ ਅਨੁਸਾਰ ਉੱਤਰ ਦੇਣਾ ਹੈ ਜੀ। ਮੇਰੇ ਮੁਤਾਬਕ ਨੰਬਰ 2, ਸਾਈਕਲ ਉੱਤੇ ਗਰੀਬ ਬੁੱਢੀ ਔਰਤ ਨੂੰ ਬਿਠਾਇਆ ਜਾਵੇਗਾ। ਉੱਤਰ ਬਿਲਕੁਲ ਠੀਕ ਰਹੇਗਾ। ਉਪਰੋਕਤ ਦਿੱਤੇ ਉੱਤਰ ਦੀ ਪ੍ਰੋੜਤਾ ਲਈ 50 ਕੁ ਸ਼ਬਦਾਂ ਵਿੱਚ ਦਲੀਲ ਦਿਓ। ਭਾਵ ਕਿ ਜੇਕਰ ਤੁਸੀਂ ਬਜ਼ੁਰਗ ਨੂੰ ਸੀਟ ਦਿੱਤੀ ਹੈ ਤਾਂ ਕਿਉਂ ਦਿੱਤੀ ਹੈ, ਇਸ ਦਾ ਕਾਰਨ ਲਿਖਣਾ ਹੈ ਜੀ। ਕਿਉਂਕਿ ਇਹਨਾਂ ਸਾਰਿਆਂ ਵਿੱਚੋਂ ਗਰੀਬ ਬੁੱਢੀ ਔਰਤ ਸਭ ਤੋਂ ਜ਼ਰੂਰਤਮੰਦ ਹੈ, ਉਸ ਲਈ ਖੜੇ ਰਹਿਣਾ ਮੁਸ਼ਕਲ ਹੈ। ਭਾਵ ਕਿ ਬਾਕੀ ਵਿਅਕਤੀ ਕਿਤੇ ਨਾ ਕਿਤੇ ਜਵਾਨ ਹਨ, ਉਹ ਖੜੇ ਰਹਿ ਸਕਦੇ ਹਨ, ਪਰੰਤੂ ਇੱਕ ਬਜ਼ੁਰਗ ਔਰਤ ਲਈ ਲਗਾਤਾਰ ਉੱਥੇ ਖੜਿਆ ਰਹਿਣਾ ਬੜਾ ਮੁਸ਼ਕਲ ਹੈ। ਇਸ ਲਈ ਮੈਂ ਉਸ ਬਜ਼ੁਰਗ ਔਰਤ ਨੂੰ ਆਪਣੇ ਸਾਈਕਲ 'ਤੇ ਬਿਠਾ ਕੇ ਉਸਦੇ ਦੱਸੇ ਟਿਕਾਣੇ 'ਤੇ ਛੱਡਾਂਗਾ ਅਤੇ ਉਸਦੀ ਮਦਦ ਕਰਾਂਗਾ। ਉਪਰੋਕਤ ਦੋਨੋਂ ਸਥਿਤੀ ਮੂਲਕ ਕਿਰਿਆਵਾਂ ਨੂੰ ਮੰਨਣ ਉਪਰੰਤ ਸਾਰੇ ਵਿਦਿਆਰਥੀ ਆਪੋ ਆਪਣੇ ਸਮੂਹ ਵਿੱਚ ਵਾਦ ਵਿਵਾਦ ਕਰਨ ਜਾਂ ਸੰਵਾਦ ਰਚਾਉਣ ਉਪਰੰਤ ਵਰਕਸ਼ੀਟ ਅਨੁਸਾਰ ਆਪਣੇ ਉੱਤਰ ਦੇਣਗੇ। ਤਾਂ ਹੇਠ ਲਿਖੀ ਵਰਕਸ਼ੀਟ ਹੁਣ ਤੁਸੀਂ ਭਰਨੀ ਹੈ ਜੀ ਉੱਪਰ ਦੱਸੇ ਦੇ ਅਨੁਸਾਰ। ਪ੍ਰਸ਼ਨ ਨੰਬਰ 1, ਦੂਸਰੀ ਕਿਰਿਆ ਵਿੱਚ ਮੈਂ ਕਿਸੇ ਹੋਰ ਨੂੰ ਆਪਣੀ ਸੀਟ ਦੇਣ ਦਾ ਕਾਰਜ ਇਸ ਕਰਕੇ ਕਰਦਾ ਹਾਂ ਕਿਉਂਕਿ। ਇਹ ਜਵਾਬ ਤੁਸੀਂ ਨੰਬਰ 1 ਅਤੇ ਨੰਬਰ 2 ਨੂੰ ਧਿਆਨ ਵਿੱਚ ਰੱਖਦੇ ਹੋਏ ਦੇਣਾ ਹੈ ਜੀ। ਮੇਰੇ ਮੁਤਾਬਕ ਇਹਦੇ ਵਿੱਚ ਨੰਬਰ 1 ਬਿਲਕੁਲ ਠੀਕ ਹੈ ਜੀ। ਚੰਗਾ ਮਨੁੱਖ ਹਾਂ ਅਤੇ ਮਨੁੱਖ ਦੀ ਪੀੜਾ ਨੂੰ ਸਮਝਦਾ ਹਾਂ। ਇਹ ਜਵਾਬ ਬਿਲਕੁਲ ਠੀਕ ਹੈ। ਦੂਜੀ ਆਪਸ਼ਨ ਗਲਤ ਹੈ। ਪ੍ਰਸ਼ਨ ਨੰਬਰ 2, ਜੇ ਦੂਸਰੀ ਕਿਰਿਆ ਵਿੱਚ ਬੱਸ ਵਿੱਚ ਖਲੋਤਿਆਂ ਵਿੱਚੋਂ ਮੰਨ ਲਓ ਕਿ ਮੈਂ ਨਵ ਵਿਆਹੀ ਬੱਚਾ ਚੁੱਕੀ ਔਰਤ ਹੀ ਹੁੰਦਾ ਤਾਂ ਮੈਂ ਕੀ ਕਰਦਾ। ਭਾਵ ਕਿ ਤੁਸੀਂ ਇਹ ਮਹਿਸੂਸ ਕਰੋ ਕਿ ਉਸ ਔਰਤ ਦੀ ਥਾਂ 'ਤੇ ਤੁਸੀਂ ਹੋ ਅਤੇ ਤੁਸੀਂ ਬੱਚਾ ਗੋਦ ਵਿੱਚ ਚੁੱਕਿਆ ਹੋਇਆ ਹੈ ਤਾਂ ਤੁਸੀਂ ਕੀ ਕਰਦੇ। ਤਾਂ ਤੁਸੀਂ ਆਪਣੀ ਸਮਝ ਨਾਲ ਜਵਾਬ ਭਰ ਸਕਦੇ ਹੋ ਜੀ। ਤਾਂ ਮੈਂ ਭਰਿਆ ਜੀ, ਜੇਕਰ ਮੈਂ ਉਸ ਦੀ ਥਾਂ ਹੁੰਦਾ ਤਾਂ ਬੱਸ ਕੰਡਕਟਰ ਜਾਂ ਬੈਠੀਆਂ ਸਵਾਰੀਆਂ ਨੂੰ ਸੀਟ ਉੱਤੇ ਬਿਠਾ ਲੈਣ ਦੀ ਬੇਨਤੀ ਕਰਦਾ। ਭਾਵ ਕਿ ਮੈਂ ਉਹਨਾਂ ਨੂੰ ਰਿਕੁਐਸਟ ਕਰਕੇ ਸੀਟ ਲੈਣ ਦੀ ਕੋਸ਼ਿਸ਼ ਕਰਦਾ। ਭਾਵ ਕਿ ਉਹਨਾਂ ਤੋਂ ਮਦਦ ਮੰਗ ਲੈਂਦਾ। ਪ੍ਰਸ਼ਨ ਨੰਬਰ 3, ਦੂਸਰੀ ਕਿਰਿਆ ਵਿੱਚ ਖਲੋਤੀਆਂ ਸਵਾਰੀਆਂ ਵਿੱਚੋਂ ਸਭ ਨਾਲੋਂ ਵੱਧ ਲੋੜਵੰਦ ਕੌਣ ਸੀ ਅਤੇ ਕਿਉਂ। ਤਾਂ ਦੂਸਰੀ ਕਿਰਿਆ ਦੇ ਵਿੱਚ ਬੱਚਾ ਚੁੱਕ ਕੇ ਖੜੀ ਨਵ ਵਿਆਹੀ ਮੁਟਿਆਰ ਸਭ ਤੋਂ ਵੱਧ ਲੋੜਵੰਦ ਸੀ ਕਿਉਂਕਿ ਬਾਕੀ ਸਾਰੇ ਕਿਤੇ ਨਾ ਕਿਤੇ ਇਕੱਲੇ ਹੀ ਖੜੇ ਸਨ ਅਤੇ ਉਹਨਾਂ ਨੇ ਕੇਵਲ ਆਪਣਾ ਹੀ ਭਾਰ ਚੁੱਕਣਾ ਸੀ, ਪਰੰਤੂ ਨਵ ਵਿਆਹੀ ਔਰਤ ਨੇ ਬੱਚਾ ਗੋਦ ਵਿੱਚ ਚੁੱਕਿਆ ਹੋਇਆ ਸੀ ਅਤੇ ਇਹ ਸਭ ਤੋਂ ਮੁਸ਼ਕਲ ਵਿੱਚ ਜਾਪ ਰਹੀ ਸੀ। ਪ੍ਰਸ਼ਨ ਨੰਬਰ 4, ਮੈਂ ਤੀਸਰੀ ਕਿਰਿਆ ਵਿੱਚ ਆਪਣੇ ਸਾਈਕਲ ਉੱਤੇ ਸਵਾਰੀ ਨੂੰ ਹੇਠ ਲਿਖੇ ਕਾਰਨ ਕਰਕੇ ਬਿਠਾਉਣ ਜਾਂ ਨਾ ਬਿਠਾਉਣ ਦਾ ਕਾਰਜ ਕਰਦਾ ਕਿਉਂਕਿ। ਇਸ ਦਾ ਉੱਤਰ ਨੰਬਰ 1 ਰਹੇਗਾ ਜੀ। ਇਨਸਾਨ ਹੋਣ ਕਰਕੇ ਇਨਸਾਨ ਦੀ ਪੀੜਾ ਸਮਝਦਾ ਹਾਂ। ਆਪਸ਼ਨ 2 ਬਿਲਕੁਲ ਗਲਤ ਹੈ ਜੀ। ਉੱਤਰ ਕਿਉਂਕਿ ਮੈਂ ਇੱਕ ਇਨਸਾਨ ਹਾਂ ਅਤੇ ਇਨਸਾਨ ਦੀ ਪੀੜਾ ਨੂੰ ਸਮਝਦਾ ਹਾਂ। ਪ੍ਰਸ਼ਨ ਨੰਬਰ 5, ਤੀਸਰੀ ਕਿਰਿਆ ਵਿੱਚ ਜੇ ਰਾਹਗੀਰਾਂ ਵਿੱਚੋਂ ਮੰਨ ਲਓ ਕਿ ਬੁੱਢੀ ਤੀਵੀਂ ਮੈਂ ਹੁੰਦਾ ਕੀ ਕਰਦਾ। ਭਾਵ ਕਿ ਜੇ ਮੈਂ ਬੁੱਢੀ ਔਰਤ ਦੀ ਥਾਂ ਖੁਦ ਖੜਿਆ ਹੁੰਦਾ ਅਤੇ ਮੈਂ ਵੀ ਬਜ਼ੁਰਗ ਹੁੰਦਾ ਤਾਂ ਮੈਂ ਕੀ ਕਰਦਾ। ਮੈਂ ਸਾਈਕਲ ਸਵਾਰ ਨੂੰ ਬਿਠਾਉਣ ਦੀ ਬੇਨਤੀ ਕਰਦਾ। ਭਾਵ ਕਿ ਮੈਂ ਸਾਈਕਲ ਸਵਾਰ ਅੱਗੇ ਬੇਨਤੀ ਕਰਦਾ ਕਿ ਮੈਨੂੰ ਸਾਈਕਲ 'ਤੇ ਬਿਠਾ ਕੇ ਮੇਰੇ ਟਿਕਾਣੇ 'ਤੇ ਛੱਡ ਦਿਓ। ਤਾਂ ਅਗਰ ਉਹ ਸਾਹਮਣੇ ਵਾਲਾ ਇਨਸਾਨ ਹੋਵੇਗਾ ਤਾਂ ਮੇਰੀ ਪ੍ਰਾਰਥਨਾ ਨੂੰ ਜ਼ਰੂਰ ਸਮਝ ਲਵੇਗਾ। ਤਾਂ ਦੋਸਤੋ ਤੁਸੀਂ ਸਾਰੀ ਕਿਰਿਆਵਾਂ ਦੇ ਪ੍ਰਸ਼ਨ ਸਮਝ ਲਏ ਹਨ। ਉਪਰੋਕਤ ਕਿਰਿਆਵਾਂ ਦੇ ਵਿੱਚ ਸਾਨੂੰ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਸਿੱਖਿਆ ਦਿੱਤੀ ਗਈ ਹੈ।
ਇਨਸਾਨੀਅਤ ਭਰੇ ਵਤੀਰੇ ਵਿੱਚ ਬਹੁਤ ਲੋੜਵੰਦਾਂ ਵਿੱਚੋਂ ਜੇ ਕਿਸੇ ਇੱਕ ਨੂੰ ਚੁਣਨਾ ਮਜਬੂਰੀ ਬਣਦੀ ਹੈ ਤਾਂ ਸਭ ਤੋਂ ਵੱਧ ਲੋੜਵੰਦ ਵਿਅਕਤੀ ਨੂੰ ਪਹਿਲਾਂ ਚੁਣਿਆ ਜਾਣਾ ਵਧੇਰੇ ਚੰਗਾ ਹੋਵੇਗਾ। ਭਾਵ ਕਿ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਖੜੇ ਵਿਅਕਤੀਆਂ ਦੇ ਵਿੱਚੋਂ ਜਾਂ ਸਾਡੇ ਕੋਲ ਮਦਦ ਮੰਗਣ ਵਾਲੇ ਵਿਅਕਤੀਆਂ ਵਿੱਚੋਂ ਸਭ ਤੋਂ ਜ਼ਿਆਦਾ ਜ਼ਰੂਰਤ ਕਿਸ ਵਿਅਕਤੀ ਨੂੰ ਹੈ ਤੇ ਉਸ ਦੀ ਹੀ ਮਦਦ ਕਰਨੀ ਚਾਹੀਦੀ ਹੈ। ਤਾਂ ਦੋਸਤੋ, ਮੈਨੂੰ ਉਮੀਦ ਹੈ ਕਿ ਤੁਸੀਂ ਇਨਸਾਨੀਅਤ ਦੇ ਭਾਵ ਨੂੰ ਸਮਝ ਗਏ ਹੋਵੋਗੇ ਅਤੇ ਜ਼ਿੰਦਗੀ ਦੇ ਵਿੱਚ ਇਨਸਾਨੀਅਤ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋਗੇ। ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ ਦੋਸਤੋ।